ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਖੀ ਉਸ ਵੇਲੇ ਦੀ ਹੈ ਜਦੋਂ ਔਰੰਗਜ਼ੇਬ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰ ਲਿਆ ਸੀ ਅਤੇ ਗੁਰੂ ਜੀ ਨੂੰ ਹਲਾਲ ਕੀਤਾ ਹੋਇਆ ਮਾंस ਖਵਾਉਣ ਲਈ ਭੇਜਿਆ। ਪਰ ਉਸ ਸਮੇਂ ਮਾंस ਵਿੱਚੋਂ ਛੋਟੇ ਛੋਟੇ ਸੂਰ ਨਿਕਲ ਆਏ। ਉਹ ਸੂਰ ਕਿਉਂ ਨਿਕਲੇ ਸੀ? ਸਾਖੀ ਨੂੰ ਬੜੇ ਹੀ ਪ੍ਰੇਮ ਤੇ ਪਿਆਰ ਨਾਲ ਸੁਣੋ। ਗੁਰੂ ਪਿਆਰਿਓ, ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀਖਾਨੇ ਵਿੱਚ ਕੈਦ ਕਰ ਲਿਆ ਅਤੇ ਇਸਲਾਮ ਕਬੂਲ ਕਰਨ ਵਾਸਤੇ ਕਿਹਾ, ਪਰ ਗੁਰੂ ਜੀ ਨਾ ਮੰਨੇ। ਉਸ ਤੋਂ ਬਾਅਦ ਕਾਜੀ ਅਤੇ ਮੁਲਾਣਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਗੁਰੂ ਜੀ ਕਈ ਦਿਨਾਂ ਤੋਂ ਭੁੱਖੇ ਹਨ। ਜੇਕਰ ਉਹਨਾਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਉਹਨਾਂ ਨੂੰ ਹਲਾਲ ਕਰਕੇ ਮੀਟ ਖਵਾਇਆ ਜਾਵੇ। ਹੁਣ ਸਾਰੇ ਚੱਲ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਮਝਾਈਏ ਤੇ ਉਸ ਨੂੰ ਆਪਣੇ ਮੁਸਲਮਾਨ ਤਰੀਕੇ ਨਾਲ ਬਣਿਆ ਭੋਜਨ ਤਿਆਰ ਕਰਕੇ ਗੁਰੂ ਤੇਗ ਬਹਾਦਰ ਨੂੰ ਛਕਾਈਏ। ਇਸ ਤਰ੍ਹਾਂ ਸਾਰੇ ਮੁਲਾਣੇ ਸਲਾਹ ਕਰਕੇ ਔਰੰਗਜ਼ੇਬ ਕੋਲ ਪਹੁੰਚ ਗਏ ਅਤੇ ਸਾਰੀ ਗੱਲ ਸਮਝਾਈ। ਕਿਹਾ ਕਿ ਹੇ ਬਾਦਸ਼ਾਹ ਜੀ, ਇੱਕ ਹੋਰ ਵਿਧੀ ਨਾਲ ਗੁਰੂ ਤੇਗ ਬਹਾਦਰ ਮੁਸਲਮਾਨ ਬਣਨਗੇ। ਗੁਰੂ ਜੀ ਨੇ ਬਿਨਾਂ ਖਾਣੇ ਤੋਂ ਬਹੁਤ ਦਿਨ ਗੁਜ਼ਾਰੇ ਹਨ। ਉਹਨਾਂ ਨੇ ਕਈ ਦਿਨ ਭੁੱਖੇ ਰਹਿ ਕੇ ਦੁੱਖ ਭੋਗਿਆ ਹੈ। ਆਪ ਹਲਾਲ ਕੀਤਾ ਹੋਇਆ ਮਾंस ਮੰਗਾਓ ਅਤੇ ਉਹਨੂੰ ਪਕਾਓ, ਫਿਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਖਵਾਓ। ਜਦੋਂ ਉਹ ਤੁਹਾਡਾ ਖਾਣਾ ਖਾ ਲੈਣਗੇ ਤਾਂ ਉਸ ਵੇਲੇ ਉਹ ਤਾਂ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਇਸੇ ਤਰ੍ਹਾਂ ਤੁਹਾਡੇ 2-3 ਹਾਕਮ ਨਾਲ ਚੱਲ ਕੇ ਗੁਰੂ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇਣਗੇ। ਇਸ ਤਰ੍ਹਾਂ ਦੀ ਗੱਲ ਸੁਣ ਕੇ ਔਰੰਗਜ਼ੇਬ ਨੇ ਕਾਜ਼ੀਆਂ ਦੀ ਗੱਲ ਮੰਨ ਲਈ ਅਤੇ ਮਹਾਪਾਪੀ ਮੁਲਾਣਾ ਮੋਰੇ ਉੱਥੋਂ ਚੱਲ ਪਿਆ। ਬੇਸਮਝ ਮੂਰਖ ਨੇ ਆਪਣੇ ਖਾਣ ਵਾਸਤੇ ਹਲਾਲ ਕੀਤਾ ਹੋਇਆ ਖਾਣਾ ਤਿਆਰ ਕਰਵਾਇਆ ਤੇ 2 ਹਾਕਮ ਆਪਣੇ ਨਾਲ ਲੈ ਲਏ। ਉਹ ਗੁਰੂ ਜੀ ਵਾਸਤੇ ਖਾਣਾ ਲੈ ਕੇ ਚੱਲ ਪਏ। ਕੈਦਖਾਨੇ ਵਿੱਚ ਚਲੇ ਗਏ ਜਿੱਥੇ ਗੁਰੂ ਜੀ ਬੈਠੇ ਸਨ। ਦੋਵੇਂ ਹਾਕਮਾਂ ਨੇ ਪਹਿਲਾਂ ਆਪਣੇ ਪੱਖ ਬਾਰੇ ਸਮਝਾਉਂਦੇ ਹੋਏ ਗੁਰੂ ਜੀ ਨੂੰ ਸਲਾਹਾਂ ਦਿੱਤੀਆਂ। ਤੁਸੀਂ ਐਨੇ ਦੁੱਖ ਕਿਉਂ ਭੋਗ ਰਹੇ ਹੋ? ਬਾਦਸ਼ਾਹ ਦਾ ਕਹਿਣਾ ਸਿਰ ਮੱਥੇ ਮੰਨ ਲਓ। ਉਹ ਤੁਹਾਨੂੰ ਪੀਰਾਂ ਦੇ ਪੀਰ ਬਣਾ ਰਹੇ ਹਨ। ਸੋਨੇ ਦੀਆਂ ਮੋਹਰਾਂ, ਹੀਰੇ ਮੋਤੀ, ਮਹਿਲ ਮਾੜੀਆਂ ਆਦਿ ਭੇਟ ਕਰਨਗੇ। ਸਾਰੇ ਸਤਿ ਸਲਾਮ ਕਰਕੇ ਆਪ ਜੀ ਦੀ ਆਗਿਆ ਮੰਨਣਗੇ। ਬਾਦਸ਼ਾਹ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ, ਜੇਕਰ ਤੁਸੀਂ ਨਿਕਾਹ ਕਰਾਉਣਾ ਚਾਹੁੰਦੇ ਹੋ ਤਾਂ ਮਨ ਭਾਉਂਦੀ ਬਾਦਸ਼ਾਹ ਦੀ ਪੁੱਤਰੀ ਲੈ ਲਓ। ਇਸ ਵਾਸਤੇ ਤੁਹਾਡੇ ਪਾਸ ਜੇਲ੍ਹ ਵਿੱਚ ਬਾਦਸ਼ਾਹ ਨੇ ਭੋਜਨ ਭੇਜਿਆ ਹੈ। ਮੂੰਹੋਂ ਕਲਮਾ ਪੜ੍ਹ ਕੇ ਛਕ ਲਓ, ਨਹੀਂ ਤਾਂ ਬਾਦਸ਼ਾਹ ਦਾ ਸੁਭਾਅ ਆਪ ਨੂੰ ਪਤਾ ਹੈ ਕਿ ਉਹ ਬਹੁਤ ਝਗੜਾਲੂ ਹੈ। ਉਹ ਜੋ ਚਾਹਣ ਉਹ ਕਰਕੇ ਛੱਡਦੇ ਹਨ। ਫਿਰ ਬਾਦਸ਼ਾਹ ਨੂੰ ਰੋਕਿਆ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਹੱਠ ਨੂੰ ਪੂਰਾ ਕਰਨ ਲਈ ਕਿੰਨਿਆਂ ਨੂੰ ਹਲਾਲ ਕਰ ਦਿੱਤਾ ਹੈ। ਇਸ ਲਈ ਤੁਸੀਂ ਹੁਣ ਆਪਣੇ ਮਨ ਵਿੱਚ ਸਮਝ ਲਓ, ਫਿਰ ਕਦੀ ਵੀ ਕਿਸੇ ਥਾਂ ਤੇ ਕਿਸੇ ਨੇ ਆਪ ਦੀ ਸਹਾਇਤਾ ਨਹੀਂ ਕਰਨੀ ਹੈ। ਤੁਸੀਂ ਹੁਣ ਦੇਗਚਾ ਲਓ ਅਤੇ ਭੋਜਨ ਛਕੋ, ਫਿਰ ਕੈਦ ਵਿੱਚੋਂ ਰਿਹਾ ਹੋ ਕੇ ਹਰ ਤਰ੍ਹਾਂ ਦੇ ਸੁੱਖ ਪਾਓ। ਅਸੀਂ ਤੁਹਾਡੇ ਭਲੇ ਵਾਸਤੇ ਕਹਿੰਦੇ ਹਾਂ, ਸਾਡੀ ਗੱਲ ਮੰਨ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
गुरु प्यारी साध संगत जी, जद श्री गुरु तेग बहादुर साहिब जी ने बेसमझ हाकमां दे इस तरह ਦੇ ਬੋਲ ਸੁਣ ਕੇ ਦੇਗਚੇ ਵਿੱਚ ਨਿਗਾਹ ਕਰਕੇ ਫਰਮਾਇਆ ਹੈ ਕਿ ਤੁਸੀਂ ਇਸ ਵਿੱਚ ਕੀ ਪਕਾਇਆ ਹੈ, ਇਹਦੇ ਛਕਣ ਨਾਲ ਕੀ ਸਿੱਧ ਹੋਵੇਗਾ, ਤੁਸੀਂ ਕੀ ਵਿਸ਼ਵਾਸ ਕਰਕੇ ਸਾਨੂੰ ਖਵਾਉਂਦੇ ਹੋ, ਇਸ ਤਰ੍ਹਾਂ ਤੁਹਾਡਾ ਕਿਹੜਾ ਕਾਰਜ ਰਾਸ ਹੋ ਜਾਵੇਗਾ। ਤੁਸੀਂ ਮਨ ਵਿੱਚੋਂ ਉਸ ਪਰਮੇਸ਼ਵਰ ਨੂੰ ਬੁਲਾ ਦਿੱਤਾ ਹੈ, ਆਪਣੇ ਸਰੀਰ ਦੇ ਰਾਹੀਂ ਗੰਦੇ ਕਾਰਜ ਕਰਦੇ ਹੋ। ਇਸ ਦੇਗਚੇ ਦਾ ਢੱਕਣ ਉਤਾਰ ਦਿਓ ਅਤੇ ਆਪਣੀ ਦਿਲੀ ਭਾਵਨਾ ਦਾ ਫਲ ਵੇਖ ਲਓ। ਜਿਹੜਾ ਹਾਕਮ ਉਸ ਭੋਜਨ ਦੇ ਨੇੜੇ ਖੜਾ ਸੀ, ਉਸ ਨੇ ਸੁਣਦਿਆਂ ਨਾਲ ਹੀ ਦੇਗਚੇ ਦਾ ਢੱਕਣ ਉਤਾਰ ਦਿੱਤਾ। ਜਿਵੇਂ ਹੀ ਉਸ ਨੇ ਦੇਗਚੇ ਨੂੰ ਨੰਗਾ ਕੀਤਾ ਤਾਂ ਉਸ ਨੇ ਦੇਗਚੇ ਵਿੱਚ ਅਚੰਭਾ ਹੋਇਆ ਵੇਖਿਆ। ਉਸ ਵਿੱਚੋਂ ਨਿੱਕੇ ਨਿੱਕੇ ਬਹੁਤ ਸਾਰੇ ਸੂਰ ਨਿਕਲ ਰਹੇ ਸਨ। ਉਹ ਘੁਰ ਘੁਰ ਕਰਕੇ ਬਹੁਤ ਰੌਲਾ ਪਾਉਂਦੇ ਸਨ। ਕਈ ਡੱਡੂ ਦੇ ਸਮਾਨ ਬਾਹਰ ਨਿਕਲ ਰਹੇ ਸਨ। ਉਹ ਦੇਗਚੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਛਾਲਾਂ ਮਾਰਦੇ ਹੋਏ ਦਿਸ ਰਹੇ ਸਨ। ਉਹ ਆਪਣੀਆਂ ਛੋਟੀਆਂ-ਛੋਟੀਆਂ ਪੂਛਾਂ ਨੂੰ ਹਿਲਾਉਂਦੇ ਹੋਏ ਅਤੇ ਕੰਨਾਂ ਨੂੰ ਸਿੰਗੋੜਦੇ ਹੋਏ ਉਸੇ ਥਾਂ 'ਤੇ ਫਿਰਨ ਲੱਗੇ। ਫਿਰ ਉਹ ਸੂਰ ਬਹੁਤ ਡਰ ਗਏ ਤੇ ਉੱਥੋਂ ਭੱਜ ਪਏ ਤੇ ਨਿਕਲ ਕੇ ਦਰਵਾਜ਼ੇ ਤੋਂ ਬਾਹਰ ਚਲੇ ਗਏ। ਉਹ ਮੁਸਲਮਾਨਾਂ ਦੇ ਪੈਰਾਂ ਵਿੱਚੋਂ ਦੌੜਦੇ ਹੋਏ ਰਾਤ ਨੂੰ ਰਹਿਣ ਵਾਲੀਆਂ ਥਾਵਾਂ ਵਿੱਚ ਚਲੇ ਗਏ, ਜਿੱਥੇ ਉਹਨਾਂ ਮੁਸਲਮਾਨਾਂ ਦਾ ਖਾਣਾ ਬਣਦਾ ਸੀ। ਉਹ ਦੌੜ ਦੌੜ ਕੇ ਉੱਥੇ ਗੇੜੇ ਕੱਢ ਰਹੇ ਸਨ। ਉਹਨਾਂ ਦੇ ਬਰਤਨਾਂ ਨੂੰ ਮੂੰਹ ਲਗਾਉਂਦੇ ਸਨ, ਤੋੜ ਰਹੇ ਸਨ ਤੇ ਉਹ ਪਾਣੀ ਕੋਲ ਜਾ ਕੇ ਆਪਣੇ ਸਰੀਰ ਨੂੰ ਛੁਆਉਂਦੇ ਅਤੇ ਫਿਰ ਉਹਨਾਂ ਦੇ ਵਸਤਰਾਂ ਨਾਲ ਲਾਉਂਦੇ ਸਨ। ਉਹ ਮੁਸਲਮਾਨਾਂ ਦੇ ਸ਼ਸਤਰਾਂ ਨਾਲ ਆਪਣੀ ਦੇਹ ਘਸਾਉਂਦੇ ਹੋਏ ਥਾਂ ਥਾਂ ਘੁਰ ਘੁਰ ਕਰਦੇ ਫਿਰਦੇ ਸਨ। ਉਹ ਬਹੁਤ ਡਰੇ ਹੋਏ ਕੈਦਖਾਨੇ ਵਿੱਚ ਸਾਰੀਆਂ ਥਾਵਾਂ 'ਤੇ ਦੌੜਦੇ ਫਿਰਦੇ ਸਨ। ਉੱਥੇ ਜਿੰਨਾ ਕੱਚਾ ਪੱਕਾ ਅਨਾਜ ਪਿਆ ਸੀ, ਉਸ ਨੂੰ ਉਹ ਸੂਰ ਮੂੰਹ ਲਾਉਂਦੇ ਫਿਰ ਰਹੇ। ਫਿਰ ਕੈਦਖਾਨੇ ਨੂੰ ਛੱਡ ਕੇ ਬਾਹਰ ਭੱਜ ਗਏ ਔਰ ਬਾਜ਼ਾਰ ਵਿੱਚ ਤੇਜ਼ੀ ਨਾਲ ਭੱਜੇ ਫਿਰਦੇ ਸੀ। ਮੁਸਲਮਾਨ ਸੂਰਾਂ ਨੂੰ ਵੇਖ ਕੇ ਤੌਬਾ ਤੌਬਾ ਕਰ ਰਹੇ ਸਨ ਕਿ ਇਹ ਕੀ ਹੋ ਗਿਆ ਹੈ। ਇਸ ਬਾਰੇ ਨਾ ਜਾਣਦੇ ਹੋਏ ਕਹਿ ਰਹੇ ਸਨ, ਅਸੀਂ ਸਾਰੀ ਹੀ ਰੀਤੀ ਨਾਲ ਅਪਵਿੱਤਰ ਹੋ ਗਏ ਹਾਂ। ਸਾਡਾ ਈਮਾਨ ਕਿੱਥੇ ਰਹਿ ਗਿਆ ਹੈ, ਸਭ ਕੁਝ ਨਾਸ ਹੋ ਗਿਆ ਹੈ। ਸਾਡੇ ਭੋਜਨ, ਵਸਤਰ, ਬਰਤਨ, ਹਥਿਆਰ ਨੂੰ ਇਹ ਭੈੜੇ ਸੂਰ ਸਾਰੇ ਪਾਸੇ ਭੱਜੇ ਫਿਰਦੇ ਛੂ ਗਏ ਹਨ। ਇਹਨਾਂ ਸੂਰਾਂ ਨੂੰ ਮਾਰ ਮਾਰ ਕੇ ਬਾਹਰ ਕੱਢ ਦਿਓ। ਚਾਰੋਂ ਤਰਫ ਮੁਸਲਮਾਨਾਂ ਦਾ ਸ਼ੋਰ ਸ਼ਰਾਬਾ ਹੋ ਰਿਹਾ ਸੀ। ਉਹਨਾਂ ਸੂਰਾਂ ਦੇ ਨਾਲ ਮੁਸਲਮਾਨ ਦੌੜ ਦੌੜ ਕੇ ਮਾਰ ਰਹੇ ਸਨ, ਪਰ ਉਹ ਕਿੰਨਿਆਂ ਨੂੰ ਮਾਰਦੇ। ਕਦੇ ਕੋਈ ਭੱਜ ਜਾਂਦਾ ਸੀ ਤੇ ਕਦੇ ਕੋਈ ਭੱਜ ਜਾਂਦਾ ਸੀ। ਕੈਦਖਾਨੇ ਵਿੱਚ ਸ਼ੋਰ ਮਚਿਆ ਹੋਇਆ ਸੀ। ਮੁਸਲਮਾਨਾਂ ਨੇ ਸੂਰਾਂ ਨੂੰ ਚਾਰੋਂ ਪਾਸੇ ਹੋ ਕੇ ਘੇਰ ਕੇ ਉਸੇ ਥਾਂ ਮਾਰ ਦਿੱਤੇ ਤੇ ਕਈ ਸ਼ਹਿਰ ਵੱਲ ਦੌੜ ਕੇ ਨਿਕਲ ਗਏ। ਕਈ ਭੱਜ ਗਏ ਅਤੇ ਕਈ ਸ਼ਹਿਰ ਤੋਂ ਬਾਹਰ ਨਿਕਲ ਗਏ। ਉਹਨਾਂ ਨੂੰ ਵੇਖ ਵੇਖ ਕੇ ਹਿੰਦੂ ਲੋਕ ਖੁਸ਼ ਹੋਏ। ਕੈਦਖਾਨੇ ਵਿੱਚ ਜਿਤਨੇ ਵੀ ਸਿਪਾਹੀ ਸੀ, ਉਹਨਾਂ ਨੇ ਉੱਥੇ ਹੀ ਆਪਣੇ ਵਸਤਰ ਉਤਾਰ ਦਿੱਤੇ। ਸਾਰਿਆਂ ਨੇ ਮਿਲ ਕੇ ਇਸ਼ਨਾਨ ਕੀਤਾ। ਉਹ ਬਹੁਤ ਦੁਖੀ ਹੋ ਕੇ ਸੋਚ ਰਹੇ ਸਨ ਕਿ ਸਾਡਾ ਤਾਂ ਈਮਾਨ ਨਸ਼ਟ ਹੋ ਗਿਆ ਹੈ। ਉਸ ਤੋਂ ਬਾਅਦ ਦਿੱਲੀ ਸ਼ਹਿਰ ਵਿੱਚ ਹਰ ਥਾਂ ਦਰ ਦਰ 'ਤੇ ਲੋਕੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਹਿੰਦੂਆਂ ਦੇ ਗੁਰੂ ਜੀ ਨੂੰ ਔਰੰਗਜ਼ੇਬ ਨੇ ਫੜ ਲਿਆ ਹੈ। ਉਸ ਨੇ ਆਪਣੇ ਆਪ ਕਰਾਮਾਤ
ਸਹਿਤ ਪ੍ਰਗਟ ਕੀਤਾ ਹੈ। ਉਹਨਾਂ ਦੇ ਤਪੇ ਹੋਏ ਦੇਗਚੇ ਵਿੱਚ ਉਹਨਾਂ ਨੇ ਜੋ ਪਕਾਇਆ ਹੋਇਆ ਭੋਜਨ ਸੀ, ਉਸ ਵਿੱਚੋਂ ਬਹੁਤ ਸਾਰੇ ਸੂਰ ਕੱਢ ਦਿੱਤੇ ਹਨ। ਹਿੰਦੂਆਂ ਦੇ ਗੁਰੂ ਜੀ ਨੇ ਇਹ ਸਾਰੀ ਆਪਣੀ ਸ਼ਕਤੀ ਵਿਖਾਈ ਹੈ। ਹਿੰਦੂ ਲੋਕ ਔਰੰਗਜ਼ੇਬ ਤੋਂ ਡਰਦੇ ਹੋਏ ਆਪਸ ਵਿੱਚ ਨੋਕ ਕੇ ਕਹਿੰਦੇ ਸੀ ਕਿ ਇਹ ਮਾੜੀ ਮੱਤ ਵਾਲਾ ਗੁਰੂ ਜੀ ਦੀ ਮਹਿਮਾ ਨਹੀਂ ਜਾਣਦਾ। ਇਹ ਪਾਪੀ ਬਹੁਤ ਜ਼ੁਲਮ ਢਾਣ ਵਾਲਾ ਹੈ। ਇਸ ਨੇ ਨੇਕ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੈ। ਫਿਰ ਉਹਨਾਂ ਹਾਕਮਾਂ ਨੇ ਇਸ਼ਨਾਨ ਕੀਤਾ ਅਤੇ ਹੋਰ ਵਸਤਰ ਪਹਿਨ ਲਏ। ਉਹ ਦਿਲ ਵਿੱਚ ਬਹੁਤ ਪਛਤਾਉਂਦੇ ਤੇ ਹੈਰਾਨ ਹੁੰਦੇ ਹੋਏ ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਚਲੇ ਗਏ। ਸਲਾਮ ਕਰਕੇ ਬਾਦਸ਼ਾਹ ਕੋਲ ਖੜੇ ਹੋ ਗਏ ਔਰ ਸਾਰਾ ਪ੍ਰਸੰਗ ਦੱਸਣ ਲੱਗੇ ਕਿ ਹੇ ਬਾਦਸ਼ਾਹ ਜੀ, ਤੁਹਾਡੇ ਭੇਜੇ ਹੋਏ ਭੋਜਨ ਨੂੰ ਗੁਰੂ ਜੀ ਕੋਲ ਲੈ ਗਏ ਸੀ। ਆਪ ਜੀ ਦਾ ਹੁਕਮ ਵੀ ਦੱਸ ਦਿੱਤਾ, ਪਰ ਉਹਨਾਂ ਨੇ ਆਪ ਜੀ ਦਾ ਜਰਾ ਵੀ ਡਰ ਨਹੀਂ ਕੀਤਾ ਅਤੇ ਮਨ ਵਿੱਚ ਜ਼ਿਆਦਾ ਨਿਡਰਤਾ ਧਾਰਨ ਕਰ ਲਈ। ਗੁਰੂ ਜੀ ਨੇ ਕਿਹਾ ਕਿ ਤੁਸੀਂ ਕਿਸੇ ਦਾ ਧਰਮ ਛੁਡਾਓਗੇ ਤਾਂ ਉਸ ਦੇ ਫਲ ਮਗਰੋਂ ਬਹੁਤ ਦੁੱਖ ਪਾਓਗੇ। ਜਦੋਂ ਅਸੀਂ ਕਰੜੇ ਹੋ ਕੇ ਕਿਹਾ ਤਾਂ ਉਸ ਵੇਲੇ ਉਹਨਾਂ ਨੇ ਜੋ ਅਚੰਭਾ ਕੀਤਾ ਉਹ ਤੁਸੀਂ ਸੁਣੋ। ਜਦੋਂ ਅਸੀਂ ਖਾਣ ਵਾਸਤੇ ਉਹੀ ਭੋਜਨ ਦੇਣ ਲੱਗੇ ਅਤੇ ਉਸ ਦੇਗਚੇ ਦਾ ਢੱਕਣ ਲਾ ਕੇ ਦਿੱਤਾ ਤਾਂ ਉਸ ਦੇਗਚੇ ਵਿੱਚੋਂ ਹਜ਼ਾਰਾਂ ਸੂਰ ਨਿਕਲੇ ਜੋ ਕਿ ਗਿਣੇ ਨਹੀਂ ਸੀ ਜਾਂਦੇ। ਉਹ ਕੈਦੀਆਂ ਵਿੱਚ ਘੁਰ ਕਰਦੇ ਫਿਰਦੇ ਸਨ। ਸਾਰੇ ਮਕਾਨ ਵਿੱਚ ਜੋ ਬੈਠਣ ਵਾਸਤੇ ਜਗ੍ਹਾਵਾਂ ਸੀ, ਉਹਨਾਂ ਸੂਰਾਂ ਨੇ ਵਾਰ-ਵਾਰ ਫਿਰ ਕੇ ਗੰਦੀਆਂ ਕਰ ਦਿੱਤੀਆਂ ਹਨ। ਅਸੀਂ ਬਹੁਤ ਗਿਣਤੀ ਵਿੱਚ ਛੋਟੇ ਸੂਰ ਨਿਕਲਦੇ ਹੋਏ ਵੇਖੇ ਹਨ। ਵੇਖ ਕੇ ਅਸੀਂ ਬਹੁਤ ਹੈਰਾਨ ਹੋਏ ਹਾਂ। ਅਸੀਂ ਭੱਜ ਕੇ ਇੱਕ ਦੂਜੇ ਨੂੰ ਕਹਿ ਕੇ ਮਰਵਾਏ ਤੇ ਕਈ ਸ਼ਹਿਰ ਤੋਂ ਬਾਹਰ ਭੱਜ ਗਏ। ਔਰੰਗਜ਼ੇਬ ਨੇ ਜਦ ਇਹ ਸੁਣ ਕੇ ਆਪਣੀਆਂ ਅੱਖਾਂ ਗੁੱਸੇ ਨਾਲ ਲਾਲ ਕਰ ਲਈਆਂ ਅਤੇ ਕਿਹਾ ਕਿ ਅਸੀਂ ਗੁਰੂ ਜੀ ਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਵੇਂ ਤੁਹਾਡਾ ਮਨ ਚਾਹੇ ਕਰਾਮਾਤ ਕਰਕੇ ਵਿਖਾ ਦਿਓ। ਉਹਨੇ ਕੁਝ ਵੀ ਕਰਾਮਾਤ ਨਹੀਂ ਵਿਖਾਈ। ਇਹ ਕਹਿ ਕੇ ਟਾਲਦੇ ਰਹੇ ਕਿ ਸਾਡੇ ਵਿੱਚ ਕੋਈ ਕਰਾਮਾਤ ਨਹੀਂ ਹੈ। ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਕਰਾਮਾਤ ਕਰਕੇ ਵਿਖਾ ਦਿਓ ਅਤੇ ਆਪਣੇ ਜੀਵਨ ਨੂੰ ਆਜ਼ਾਦ ਕਰ ਲਓ। ਹੁਣ ਜੇ ਗੁਰੂ ਜੀ ਨੂੰ ਭੋਜਨ ਖਵਾਉਣ ਲੱਗੇ ਸੀ ਤਾਂ ਇਹ ਕਰਾਮਾਤ ਕਰਕੇ ਕਿਉਂ ਵਿਖਾਈ ਹੈ? ਉਹ ਝੂਠ ਕਹਿੰਦੇ ਸਨ। ਉਹ ਕਰਾਮਾਤੀ ਸ਼ਕਤੀ ਰੱਖਣ ਵਾਲੇ ਹਨ। ਕਾਰਜ ਬਹੁਤ ਵਿਗਾੜ ਦਿੱਤਾ ਹੈ। ਹੁਣ ਕੀ ਵਿਚਾਰ ਕਰੀਏ ਤਾਂ ਕਿ ਤੁਸੀਂ ਗੁਰੂ ਜੀ ਕੋਲ ਜਾ ਕੇ ਪੁੱਛੋ ਕਿ ਤੁਸੀਂ ਸੱਚੇ ਪੁਰਖ ਦਾ ਦਰਜਾ ਨਹੀਂ ਪਾਇਆ ਹੈ। ਤੁਸੀਂ ਸਾਡੇ ਕੋਲ ਵਚਨ ਕੀਤਾ ਸੀ ਕਿ ਮੈਂ ਕੋਈ ਕਰਾਮਾਤ ਕਰਕੇ ਨਹੀਂ ਵਿਖਾਵਾਂਗਾ। ਹੁਣ ਤੁਸੀਂ ਕਰਾਮਾਤ ਕਿਉਂ ਵਿਖਾਈ ਹੈ? ਤੁਸੀਂ ਝੂਠ ਬੋਲਿਆ ਹੈ, ਸੱਚ ਨਹੀਂ ਦੱਸਿਆ ਹੈ। ਗੁਰੂ ਜੀ ਕੋਲ ਜਾਓ ਅਤੇ ਸਾਰੀ ਗੱਲ ਪੁੱਛੋ। ਮੇਰੀ ਤਰਫੋਂ ਗੁਰੂ ਜੀ ਨੂੰ ਬਹੁਤ ਡਰ ਦੇ ਕੇ ਕਹਿਣਾ ਕਿ ਤੁਸੀਂ ਕਹਿੰਦੇ ਸੀ ਕਿ ਸਾਡੇ ਵਿੱਚ ਕਰਾਮਾਤ ਨਹੀਂ ਹੈ। ਫਿਰ ਤੁਸੀਂ ਇਹ ਕੀ ਕੀਤਾ ਹੈ ਜਿਸ ਨੂੰ ਬਹੁਤ ਲੋਕਾਂ ਨੇ ਅੱਖੀ ਨਾਲ ਵੇਖਿਆ ਹੈ? ਫਿਰ ਵਾਪਸ ਮੁੜ ਕੇ ਇਸ ਗੱਲ ਦਾ ਜਵਾਬ ਮੇਰੇ ਕੋਲ ਲੈ ਕੇ ਆਓ ਕਿ ਉਹ ਕੀ ਕਹਿੰਦੇ ਹਨ। ਸਭ ਮਿਲ ਕੇ ਦੱਸੋ। ਇਸ ਤਰ੍ਹਾਂ ਦਾ ਹੁਕਮ ਸੁਣ ਕੇ ਦੋਵੇਂ ਹਾਕਮ ਕੈਦਖਾਨੇ ਵਾਲੀ ਥਾਂ ਤੇ ਚਲੇ ਗਏ। ਉਹਨਾਂ ਨੇ ਉੱਥੇ ਵਿਰਾਜਮਾਨ ਹੋਏ ਗੁਰੂ ਜੀ ਨੂੰ ਪੁੱਛਿਆ, ਹੇ ਗੁਰੂ ਜੀ, ਬਾਦਸ਼ਾਹ ਨੇ ਤੁਹਾਨੂੰ ਕਿਹਾ ਸੀ ਕਿ ਜਦੋਂ ਕਰਾਮਾਤ ਵੇਖਣ ਲਈ ਚਿੱਤ ਵਿੱਚ ਆਇਆ ਸੀ ਅਤੇ ਤੁਹਾਨੂੰ ਕਰਾਮਾਤ ਵਿਖਾਉਣ ਲਈ ਕਿਹਾ ਸੀ, ਤਦ ਉਸ ਵੇਲੇ ਮੇਰੇ ਸਾਹਮਣੇ ਮੁਕਰ ਗਏ ਸੀ ਕਿ ਮੇਰੇ ਵਿੱਚ ਕੋਈ ਕਰਾਮਾਤ ਨਹੀਂ ਹੈ। ਬਾਦਸ਼ਾਹ ਨੂੰ ਆਪ ਜੀ ਨੇ ਉਸ ਵੇਲੇ ਕਰਾਮਾਤ
ਕਿਉਂ ਨਹੀਂ ਵਿਖਾਈ ਸੀ, ਜਿਸ ਨਾਲ ਆਪ ਬਹੁਤ ਵਡਿਆਈ ਪਾਉਂਦੇ। ਫਿਰ ਕੈਦਖਾਨੇ ਵਿੱਚ ਰੁਕ ਕੇ ਆਪ ਜੀ ਨੇ ਬਹੁਤ ਦੁੱਖ ਭੋਗੇ ਹਨ। ਹੁਣ ਸਾਨੂੰ ਕਰਾਮਾਤ ਕਰਕੇ ਵਿਖਾ ਦਿੱਤੀ ਹੈ। ਉਸ ਕਰਕੇ ਬਾਦਸ਼ਾਹ ਦੇ ਦਿਲ ਵਿੱਚ ਬਹੁਤ ਰੰਜਿਸ਼ ਭਰੀ ਹੈ। ਤੁਸੀਂ ਕਰਾਮਾਤ ਰੱਖਦੇ ਹੋ, ਫਿਰ ਵੀ ਮੂੰਹੋਂ ਝੂਠ ਕਹਿੰਦੇ ਹੋ। ਤੁਹਾਡੇ ਦੁਆਰਾ ਹੋਏ ਵੱਡੇ ਵਿਗਾੜ ਨੂੰ ਵੇਖ ਕੇ ਸਮਝਦਾਰ ਬਾਦਸ਼ਾਹ ਨੇ ਇਸ ਦਾ ਆਪ ਕੋਲੋਂ ਜਵਾਬ ਪੁੱਛਿਆ ਹੈ। ਆਪ ਜੀ ਹੁਣ ਜਿਸ ਤਰ੍ਹਾਂ ਦਾ ਆਪ ਜੀ ਜਵਾਬ ਦਿਓਗੇ, ਉਸੇ ਤਰ੍ਹਾਂ ਦਾ ਜਵਾਬ ਅਸੀਂ ਜਾ ਕੇ ਬਾਦਸ਼ਾਹ ਨੂੰ ਦੇ ਦੇਵਾਂਗੇ। ਬਾਦਸ਼ਾਹ ਮਨ ਵਿੱਚ ਬਹੁਤ ਕ੍ਰੋਧ ਕਰ ਰਿਹਾ ਹੈ। ਬਾਦਸ਼ਾਹ ਨੇ ਹੀ ਸਾਨੂੰ ਆਪ ਜੀ ਕੋਲ ਭੇਜਿਆ ਹੈ। ਗੁਰੂ ਪਿਆਰਿਓ, ਗੁਰੂ ਜੀ ਨੇ ਸੁਣ ਕੇ ਹਾਕਮਾਂ ਨੂੰ ਫਰਮਾਇਆ, ਇਸ ਨੂੰ ਤੁਸੀਂ ਕਰਾਮਾਤ ਨਾ ਜਾਣੋ, ਆਪਣੇ ਮਨ ਦੇ ਗੰਦੇ ਵਿਚਾਰਾਂ ਨੂੰ ਪਹਿਚਾਣੋ। ਜਿਸ ਤਰ੍ਹਾਂ ਦੀ ਕੋਈ ਮਨ ਵਿੱਚ ਭਾਵਨਾ ਕਰਦਾ ਹੈ, ਉਸ ਨੂੰ ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ। ਪਰਮੇਸ਼ਵਰ ਦੀ ਦਰਗਾਹ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਇਨਸਾਫ ਹੁੰਦਾ ਹੈ। ਗੁਰੂ ਪਿਆਰਿਓ, ਹੋਈਆਂ ਭੁੱਲਾਂ ਚੁੱਕਾਂ ਦੀ क्षमा बख्शणी। वीडियो ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵਾਹਿਗੁਰੂ ਜੀ ਸਦਾ ਹੀ ਆਪ ਦਾ ਭਲਾ ਕਰਨਗੇ।